ਉਹਨਾਂ ਕੁੜੀਆਂ ਨੂੰ ਵੇਖਣ ਤੇ ਕੋਈ ਆ ਜਾਂਦਾ, ਤੈਨੂੰ ਵੇਖਣ ਕੌਣ ਆਏ? ਮੌਲੇ ਨੂੰ ਜਿਹੜਾ ਮੌਲਾ ਹੀ ਮਾਰਦਾ, ਹੋਰ ਕੋਈ ਨਹੀਂ ਮਾਰ ਸਕਦਾ। ਆਪਣੇ ਆਪ ਨੂੰ ਵੀ ਬੁੱਢਾ ਜਿਹੜਾ ਨਾ ਤੁਸੀਂ ਆਪ ਹੀ ਕਰਦੇ ਹੋ। ਉਹ ਬੱਚੇ ਵੀ ਮੈਨੂੰ, ਉਹ ਮੇਰੀਆਂ ਭੈਣਾਂ ਵੀ ਉਹਦੀਆਂ ਕਹਿੰਦੀਆਂ ਕਿੰਜ ਕਰੇਂਗੀ ਕਿੰਜ। ਮੈਂ ਕਿਹਾ ਤੁਸੀਂ ਵੇਖਣਾ ਜਿਸ ਵੇਲੇ ਮੈਂ ਉੱਥੇ ਖਲੋਤੀ ਹੋਵਾਂਗੀ, ਨਾ ਮੇਰੇ ਗੋਡੇ 'ਚ ਦਰਦ ਹੋਣੀ ਹੈ, ਨਾ ਮੈਨੂੰ ਕੁਝ ਹੋਰ ਹੋਣਾ ਹੋਣਾ। फर्स्ट रोज पे बिठा दीजिएगा जी। मैं ये कहनी है कि भाई ये जी बीबी है ना, ये मेरे अंदर दी ये एक कोई वखरी चीज़ है। ये जी स्टेज ते जिसले आंदी है ना, तो ये बीबी उसले बाहर निकलती है। अदरवाइज रुबीना एवा जी नहीं है वैसे। ਜਿਹੜਾ ਰੱਖੇ ਨਾ ਡੇਟ ਇਹਦੀ, ਤੇ ਇਹ ਸਭ ਮੈਂ ਜਾਣ ਕੇ ਕੀਤਾ ਸੀ। ਮੈਨੂੰ ਇਹ ਸੀ ਕਿ ਜੀ ਮੈਨੂੰ ਉਸ ਦਿਨ ਉਹ ਵਾਲੀ ਫੀਲਿੰਗ ਨਾ ਹੋਵੇ। ਤੇ ਮੈਂ ਕਿਹਾ ਮੈਨੂੰ ਤਾਂ ਖਿਆਲ ਹੀ ਨਹੀਂ ਆਇਆ ਕਿ ਅੱਛਾ ਅੱਜ ਆਖਰੀ ਦਿਨ ਹੈ ਤੇ ਕੱਲ ਕੀ ਮੈਂ ਕਰਾਂਗੀ। ਮੈਂ ਸਦਕੇ ਜਾਵਾਂ, ਨਹੀਂ ਅੱਜ ਤੇ ਸਾਰਾ ਇਸਲਾਮਾਬਾਦ ਹੀ ਇੱਥੇ ਆ ਗਿਆ। ਮੈਨੂੰ ਆਨੈਸਟਲੀ ਉਸ ਵੇਲੇ ਤੱਕ ਨਾ ਸਟੈਂਡ ਅਪ ਕਾਮੇਡੀ ਦਾ ਪਤਾ ਹੀ ਨਹੀਂ ਸੀ ਹੁੰਦੀ ਕੀ ਹੈ। ਤੇ ਮੈਂ ਕਿਹਾ ਚਲੋ ਚੱਲ ਕੇ ਵੇਖਦੇ ਹਾਂ। ਇੱਕ ਵਾਰੀ ਮੈਂ ਵੇਖਿਆ, ਦੂਜੀ ਵਾਰੀ ਇਹਨਾਂ ਨੂੰ ਵੇਖਿਆ। ਮੈਂ ਕਿਹਾ ਵੀ ਇਹ ਵਜੇ ਤਾਂ ਮੈਂ ਵੀ ਕਰ ਸਕਦੀ ਹਾਂ, ਤੁਸੀਂ ਮੈਨੂੰ ਵੀ ਲੈ ਲਓ। ਕਿ ਜੀ ਉੱਥੇ ਓਪਨ ਮਾਈਕ ਹੈ ਅਤੇ ਤੁਸੀਂ ਨਾ ਉੱਥੇ ਚਲੇ ਜਾਓ। ਅਤੇ ਮੈਂ ਗਈ ਉਹਨਾਂ ਕੋਲ। ਸਟੇਜ 'ਤੇ ਕੋਈ ਨਹੀਂ ਸੀ, ਉਹ ਛੋਟਾ ਜਿਹਾ ਇੱਕ ਕੈਫੇ ਸੀ, ਇੰਨੀ ਕੁ ਜੀ ਜਗ੍ਹਾ ਹੋਣੀ ਹੈ, ਕੋਈ 30-35 ਲੋਕ ਅੱਗੇ ਥੱਲੇ ਜ਼ਮੀਨ 'ਤੇ ਬੈਠੇ ਸਨ। ਅਤੇ ਉੱਥੇ ਪਹਿਲੀ ਵਾਰੀ ਮੈਂ ਕੀਤਾ। ਕੋਈ ਥੋੜ੍ਹੀ ਜਿਹੀ ਮੈਂ ਕੀੜੇ ਵਾਲੀ ਦਿਮਾਗ ਵਾਲੀ ਥੋੜ੍ਹੀ ਜਿਹੀ ਉਸ ਤਰ੍ਹਾਂ ਦੀ ਮੈਂ ਕੁੜੀ ਸਾਂ। ਇਹ ਜੁੱਸਾ ਵੀ ਮੇਰਾ, ਉਹ ਸਾਰੇ ਮੇਰੇ ਭਰਾ ਕੀ ਅਤੇ ਭੈਣਾਂ ਕੀ, ਵੱਡੀਆਂ ਵੱਡੀਆਂ ਉਹ ਸਹੀ ਜਿਹੜੀਆਂ ਕਸ਼ਮੀਰਨਾਂ, ਅਤੇ ਉਹ ਹਰ ਵੇਲੇ ਨਾ ਇਹੀ ਰਹਿੰਦਾ ਸੀ, ਇਹ ਤਾਂ ਸੁੱਕੀ ਸੜੀ। ਅਤੇ ਉਹ ਇੱਕ ਕੰਪਲੈਕਸ ਮੈਨੂੰ ਜ਼ਰੂਰ ਸੀ। ਵਿਆਹ ਜਦੋਂ ਹੋਇਆ ਅਤੇ ਉਹ ਫਿਰ ਉਹ ਵਾਪਸ ਹੋਈ ਵਾਲੀਆਂ, ਉਹ ਹਰ ਵੇਲੇ ਦਾ ਉਹੀ ਕੰਪਲੈਕਸ, ਹਰ ਵੇਲੇ ਖੌਂਦ ਕਹਿ ਰਿਹਾ ਤੂੰ ਇਹ ਨਹੀਂ ਠੀਕ, ਅਤੇ ਇਹ ਨਹੀਂ ਠੀਕ, ਅਤੇ ਇਹ ਨਹੀਂ ਕਰਦੀ, ਅਤੇ ਉਹ ਨਹੀਂ ਕਰਦੀ। ਅਤੇ ਉਹ ਆਈ ਅਗੇਨ ਵੈਂਟ ਇਨ ਟੂ ਦੈਟ ਸ਼ੈਲ। ਇੱਕ ਮੇਰੀ ਸਹੇਲੀ ਮੈਨੂੰ ਮਿਲੀ, ਉਹ ਯੂਨੀਵਰਸਿਟੀ ਵਿੱਚ ਮੇਰੇ ਨਾਲ ਸੀ, ਕੋਈ 16-17 ਸਾਲ ਦੇ ਬਾਅਦ। ਖੈਰ ਅਸੀਂ ਮਿਲੇ, ਅਸੀਂ ਗੱਲਾਂ ਚੱਲਣ, ਅਤੇ ਮੈਨੂੰ ਕਹਿੰਦੀ ਤੂੰ ਉਂਝ ਦੀ ਰਹੀ ਨਹੀਂ ਹੈ। At that moment I started thinking about it. I had a very severe nervous breakdown. ਉਹ ਮੈਨੂੰ ਉਹ ਪੈਨਿਕ ਅਟੈਕਸ ਟਾਈਪ ਦੇ ਨਾ ਉਹ ਹੁੰਦੇ ਸਨ, ਐਂਡ ਮੈਂ ਬਹੁਤ ਸ਼ੇਕਿੰਗ ਔਰ ਬਿਲਕੁਲ ਡਿੱਗ ਜਾਂਦੀ ਸਾਂ। ਮੈਂ ਕਿਹਾ ਜੀ ਸਭ ਦਵਾਈਆਂ ਛੱਡੀਆਂ, ਮੈਂ ਕਿਹਾ ਮੈਂ ਲਾਹੌਰ ਚੱਲੀ ਹਾਂ। ਸੋ ਦੈਟ ਵਾਜ਼ ਦ ਮੂਮੈਂਟ when I took everything in my hands, and ਮੈਂ ਕਿਹਾ ਕਿ ਨਹੀਂ ਯਾਰ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਦੇ ਮੈਂ ਮਰ ਜਾਵਾਂਗੀ। And believe me, I think the moment I had my own space, or दिन नहीं लगे कि मेरी पूरी जिंदगी बदल गई। मैं क्या भाई तेरा मेरा गुजारा नहीं है। ਇਹ ਗੱਲ ਮੈਂ ਅੱਜ ਪਹਿਲੀ ਵਾਰੀ ਕੀਤੀ ਹੈ ਕਿ ਮੇਰੇ ਅੰਦਰ ਉਹ ਇੰਨਾ ਕੁ ਭਰਿਆ ਸੀ ਨਾ ਕਿ ਮੈਂ ਕਹਿਣਾ ਚਾਹੁੰਦੀ ਸਾਂ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਉਹ ਬਾਹਰ ਕੱਢਣ ਦਾ ਮੈਨੂੰ ਮੌਕਾ ਮਿਲਿਆ। ਸੋ ਆਈ ਥਿੰਕ that's why comedy has a very, very special role in bringing me back to life. मैं ਹੁਣ ਜੋ ਡਿਸਾਈਡ ਕੀ ਕਿ ਮੈਂ ਤਾਂ ਬੋਲਾਂਗੀ, ਪਰ ਨਹੀਂ ਅੱਛਾ ਲੱਗਦਾ ਕੋਈ ਮੈਨੂੰ ਇਹ ਜੋ ਹੋ ਜਾਂਦਾ ਸਕੈਂਡਲਾਈਜ਼ ਹੋ ਜਾਂਦਾ ਤਾਂ ਹੋ ਜਾਏ, ਫਿਰ ਉਸ ਲਈ ਵੇਖੀ ਜਾਏਗੀ। ਉਹ ਤੁਸੀਂ ਮੇਰੀ ਫਿਰ ਮਹਾਵਾਰੀ ਵਾਲੀ ਕਹਾਣੀ ਤੇ ਸੁਣੀ ਹੈ ਨਾ। ਕੁੜੀਆਂ ਨੂੰ, ਔਰਤਾਂ ਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਨੇ, ਨਹੀਂ ਕਰਦੀਆਂ। ਉਹੀ ਝਾਕੇ ਨੇ ਕਿ ਜੀ ਕੋਈ ਕੀ ਕਵੇਗਾ ਜਾਂ ਕੁਛ ਹੋਏਗਾ। ਸੋ ਇਹ ਇੱਕ ਕੰਪਲੀਟਲੀ ਇਸ ਬਿਲਕੁਲ ਇਸ ਇੰਟੈਂਸ਼ਨ ਨਾਲ ਸੀ ਕਿ ਇਹ ਮੈਸੇਜ ਦੇਣਾ ਚਾਹੀਦਾ ਹੈ। ਅਤੇ ਮੇਰੀ ਤਾਂ ਅਸਲ ਜਿਹੜਾ ਨਾ ਇਹ ਬੰਦਿਆਂ ਵਾਸਤੇ ਵੀ ਹੈ। ਮੈਂ ਉਹਨਾਂ ਨੂੰ ਹੱਸ ਰਹੀ ਸੀ, ਮੈਂ ਕਿਹਾ ਵੀ ਸਾਰੇ ਤਿਆਰ ਹੋ ਕੇ ਆਉਣਾ, ਅਸਲ ਵਿੱਚ ਨਾ ਬੰਦਿਆਂ ਦਾ ਬਿਸਤੀ ਪ੍ਰੋਗਰਾਮ ਹੈ। ਬਈ ਬਾਹਰ ਨਾ ਚੰਗੇ ਭਲੇ ਹੋਣਗੇ, ਹੱਸਦੇ ਖੇਡਦੇ ਮਸਤੀਆਂ ਕਰਦੇ, ਮੌਜ ਮੇਲਾ ਕਰਦੇ, ਤੇ ਜਿਹਨੇ ਘਰ ਵੜਨਗੇ ਇਹ ਮੂੰਹ ਦਾ ਨਾ ਐਡਾ ਫਿਟੇ ਬਣ। ਮੈਂ ਹੀ ਹਾਂ, ਮੈਂ ਹੀ ਬਣਨਾ ਵੇ, ਮੈਂ ਕੋਈ ਹੋਰ ਨਹੀਂ ਬਣਨਾ। ਆਈ ਥਿੰਕ ਸ਼ਾਇਦ
ਖੁਦ ਪ੍ਰਸਤੀ ਮੈਨੂੰ ਕਹਿੰਦੇ ਹੋਣਗੇ ਜਾਂ ਜੋ ਵੀ ਹੈ, ਬਟ ਮੈਂ ਪਰਸਨਲੀ ਵੀ ਆਪਣੀ ਆਮ ਜ਼ਿੰਦਗੀ ਵਿੱਚ ਵੀ ਮੈਂ ਆਪਣੇ ਤੇ ਬਹੁਤ ਜ਼ਿਆਦਾ ਰਿਲਾਈ ਕਰਨੀ ਆ। ਮੈਂ ਆਪਣਾ ਹਰ ਚੀਜ਼, ਆਪਣਾ ਕੰਮ ਜਿਹੜਾ ਉਹੀ ਮੈਂ ਕਿਹਾ ਨਾ, ਮੈਂ ਆਪ ਕਰਨੀ ਆ। ਔਰ ਮੈਂ ਬਹੁਤ ਆਪਣੇ ਉੱਪਰ ਆਪਣੇ ਫੈਸਲੇ, ਆਪਣੀ ਜੋ ਮੇਰੀ ਅੰਦਰ ਦੀ ਆਵਾਜ਼ ਹੈ ਨਾ, ਮੈਂ ਉਹਦੇ ਤੇ ਹੀ ਚੱਲਣੀ ਆ। ਮੈਂ ਬਹੁਤ ਘੱਟ ਕਿਸੇ ਦੀ ਸੁਣਨੀ ਆ।